ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਾਠ ਪੁਸਤਕ ਸੰਦਲੀ ਪੈੜਾਂ ਵਿੱਚੋਂ ਕਹਾਣੀਕਾਰ ਕੁਲਵੀਰ ਸਿੰਘ ਸੂਰੀ ਦੁਆਰਾ ਲਿਖੀ ਗਈ ਕਹਾਣੀ ਸੰਜਮ ਪੜ੍ਹਾਂਗੇ। ਅੱਜ ਅਸੀਂ ਇਸ ਕਹਾਣੀ ਨੂੰ ਵਿਸਥਾਰ ਵਿੱਚ ਪੜ੍ਹਾਂਗੇ। ਕੁਲਵੀਰ ਸਿੰਘ ਸੂਰੀ ਦੁਆਰਾ ਲਿਖੀ ਗਈ ਕਹਾਣੀ ਸੰਜਮ ਵਿੱਚ ਪੜ੍ਹਾਂਗੇ। ਆਖਦੇ ਹਨ ਕਿ ਫੂਹੀ ਫੂਹੀ ਦਰਿਆ ਬਣ ਜਾਂਦਾ ਹੈ। ਇਹ ਅਖੌਤ ਦਰਿਆਵਾਂ ਸਮੁੰਦਰਾਂ ਵਿੱਚ ਭਰੇ ਪਾਣੀ ਦੀ ਕਹਾਣੀ ਦੱਸਦੀ ਹੈ। ਇਹਨਾਂ ਅਥਾਹ ਪਾਣੀ ਨਿੱਕੀਆਂ ਨਿੱਕੀਆਂ ਬੂੰਦਾਂ ਦਾ ਸਮੂਹ ਹੈ। ਨਿੱਕੀਆਂ ਨਿੱਕੀਆਂ ਬੂੰਦਾਂ ਇਕੱਠੀਆਂ ਹੋ ਕੇ ਸਮੁੰਦਰਾਂ ਅਤੇ ਦਰਿਆਵਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਅਸੀਂ ਵੀ ਆਪਣੇ ਜੀਵਨ ਵਿੱਚ ਨਿੱਕੀ ਨਿੱਕੀ ਸੰਜਮ ਅਤੇ ਬੱਚਤ ਕਰਕੇ ਉਸ ਤੋਂ ਪੂਰਾ ਲਾਭ ਪ੍ਰਾਪਤ ਕਰ ਸਕਦੇ ਹਾਂ। ਪਿੰਡ ਵਿੱਚ ਇੱਕ ਬੰਸੋ ਨਾਂ ਦੀ ਔਰਤ ਰਹਿੰਦੀ ਸੀ। ਉਸਨੇ ਇੱਕ ਬੱਕਰੀ ਰੱਖੀ ਹੋਈ ਸੀ। ਬੱਕਰੀ ਪਾਲੀ ਹੋਈ ਸੀ। ਬੱਕਰੀ ਦਾ ਦੁੱਧ ਉਹ ਕੁਝ ਵਰਤ ਲੈਂਦੀ ਅਤੇ ਬਾਕੀ ਦੁੱਧ ਜੋ ਬਚਦਾ ਉਸਦਾ ਦਹੀਂ ਜਮਾ ਲੈਂਦੀ। ਦਹੀਂ ਤੋਂ ਫਿਰ ਉਹ ਉਸਦੀ ਲੱਸੀ ਰਿੜਕਦੀ, ਜਿਹੜਾ ਮੱਖਣ ਨਿਕਲਦਾ ਉਹ ਰੱਖੀ ਜਾਂਦੀ। ਹਫ਼ਤੇ ਪਿੱਛੋਂ ਜਦੋਂ ਇਕੱਠੇ ਕੀਤੇ ਹੋਏ ਮੱਖਣ ਦਾ ਉਹ ਘਿਓ ਬਣਾਉਂਦੀ, ਉਸ ਘਿਓ ਨੂੰ ਪੀਪੇ ਵਿੱਚ ਜਮ੍ਹਾਂ ਕਰੀ ਜਾਂਦੀ, ਪੀਪੇ ਵਿੱਚ ਜੋੜੀ ਜਾਂਦੀ। ਘਿਓ ਗਰਮ ਕਰਦੀ ਤਾਂ ਪੀਪੇ ਵਿੱਚ ਪਾ ਦਿੰਦੀ। ਬੰਸੋ ਦੀ ਇੱਕ ਕੁੜੀ 2 ਪਿੰਡ ਛੱਡ ਕੇ ਵਿਆਹੀ ਹੋਈ ਸੀ। ਬੰਸੋ ਦੀ ਕੁੜੀ ਦੇ ਲੜਕਾ ਹੋਇਆ। ਬੰਸੋ ਇਹ ਸੁਣ ਕੇ ਬਹੁਤ ਖੁਸ਼ ਹੋਈ, ਕਿਉਂਕਿ ਹੁਣ ਉਹ ਨਾਨੀ ਬਣ ਗਈ ਸੀ। ਅਗਲੇ ਦਿਨ ਉਸਨੇ ਆਪਣੇ ਝੋਲੇ ਵਿੱਚ ਕੁੜੀ ਵਾਸਤੇ ਕੁੜੀ ਜੋਗੇ ਕੁਝ ਕੱਪੜੇ ਪਾਏ ਅਤੇ ਦੇਸੀ ਘਿਓ ਦਾ ਪੀਪਾ ਚੁੱਕਿਆ ਅਤੇ ਕੁੜੀ ਦੇ ਪਿੰਡ ਵੱਲ ਤੁਰ ਪਈ। ਉਹ ਬਹੁਤ ਤੇਜ਼ ਜਾ ਰਹੀ ਸੀ, ਕਿਉਂਕਿ ਬਹੁਤ ਖੁਸ਼ ਸੀ। ਖੁਸ਼ੀ ਦੇ ਕਾਰਨ ਉਹ ਬੜੀ ਤੇਜ਼ ਜਾ ਰਹੀ ਸੀ। ਉਹ ਘਿਓ ਵਾਲਾ ਭਾਰਾ ਪੀਪਾ ਚੁੱਕੀ ਵੀ ਕਾਫੀ ਤੇਜ਼ ਤੁਰ ਰਹੀ ਸੀ। ਉਹ ਜਲਦੀ ਆਪਣੇ ਪਿਆਰੇ ਦੋਤੇ ਮਿਸ ਧੀ ਦਾ ਪੁੱਤਰ, ਦੋਤਾ ਕੌਣ ਹੁੰਦਾ ਹੈ? ਧੀ ਦਾ ਪੁੱਤਰ। ਪੁੱਤਰ ਦੇ ਪੁੱਤਰ ਨੂੰ ਕੀ ਕਹਿੰਦੇ ਨੇ? ਪੋਤਾ। ਤੇ ਧੀ ਦੇ ਪੁੱਤਰ ਨੂੰ ਕੀ ਕਹਿੰਦੇ ਨੇ? ਦੋਤਾ। ਉਹ ਆਪਣੇ ਦੋਤੇ ਭਾਵ ਧੀ ਦੇ ਪੁੱਤਰ ਨੂੰ ਵੇਖਣਾ ਚਾਹੁੰਦੀ ਸੀ। ਅੱਧੇ ਤੋਂ ਜ਼ਿਆਦਾ ਰਸਤਾ ਤੈਅ ਕਰਨ ਤੋਂ ਬਾਅਦ ਜਦੋਂ ਉਹ ਲੰਘ ਗਈ ਤਾਂ ਉਸਨੂੰ ਥੋੜ੍ਹੀ ਜਿਹੀ ਥਕਾਵਟ ਮਹਿਸੂਸ ਕਰਨ ਲੱਗੀ। ਜਦੋਂ ਅੱਧਾ ਰਸਤਾ ਤੁਰਨ ਤੋਂ ਬਾਅਦ ਉਸਨੂੰ ਥੋੜ੍ਹੀ ਜਿਹੀ ਥਕਾਵਟ ਮਹਿਸੂਸ ਕਰਨ ਲੱਗੀ ਤਾਂ ਥੋੜ੍ਹਾ ਸਾਹ ਲੈਣ ਵਾਸਤੇ ਉਹ ਇੱਕ ਦਰੱਖਤ ਦੇ ਹੇਠਾਂ ਬੈਠ ਗਈ। ਕਿੱਥੇ ਬੈਠ ਗਈ? ਉਹ ਇੱਕ ਦਰੱਖਤ ਦੇ ਹੇਠਾਂ ਬੈਠ ਗਈ। ਸਵੇਰੇ ਜਲਦੀ ਉੱਠੀ ਹੋਣ ਕਰਕੇ ਉਸਦੀ ਅੱਖ ਲੱਗ ਗਈ, ਮੈਨੂੰ ਉਸਨੂੰ ਨੀਂਦ ਆ ਗਈ। ਜਿਉਂ ਹੀ ਉਹ ਆਰਾਮ ਕਰਨ ਲਈ ਦਰੱਖਤ ਦੇ ਹੇਠਾਂ ਲੇਟੀ, ਦਰੱਖਤ ਦੇ ਹੇਠਾਂ ਥੋੜ੍ਹੀ ਦੇਰ ਬੈਠੀ ਆਰਾਮ ਕਰਨ ਲਈ ਪਈ ਤਾਂ ਉਸਨੂੰ ਨੀਂਦ ਆ ਗਈ। ਜਦੋਂ ਉਸਦੀ ਅੱਖ ਖੁੱਲ੍ਹੀ, ਜਦੋਂ ਉੱਠੀ ਤਾਂ ਉਸਨੇ ਕੀ ਵੇਖਿਆ ਕਿ ਉੱਥੇ ਉਸਦਾ ਘਿਓ ਵਾਲਾ ਪੀਪਾ ਨਹੀਂ ਸੀ। ਉਹ ਬੜਾ ਘਬਰਾਈ। ਉਸਨੇ ਚਾਰੇ ਪਾਸੇ ਵੇਖਿਆ ਤਾਂ ਉਸਨੂੰ ਦੂਰ ਇੱਕ ਔਰਤ ਦਿਖਾਈ ਦਿੱਤੀ। ਜਦੋਂ ਉੱਠੀ ਤਾਂ ਉਸਨੇ ਕੀ ਦੇਖਿਆ ਕਿ ਉੱਥੇ ਉਸਦਾ ਘਿਓ ਵਾਲਾ ਪੀਪਾ ਨਹੀਂ ਸੀ। ਤਾਂ ਉਸਨੇ ਚਾਰੇ ਪਾਸੇ ਨਿਗਾਹ ਮਾਰੀ ਤਾਂ ਉਸਨੂੰ ਕੀ ਦਿਖਾਈ ਦਿੱਤਾ ਕਿ ਇੱਕ ਔਰਤ ਉਸਦਾ ਘਿਓ ਵਾਲਾ ਪੀਪਾ ਲਈ ਜਾਂਦੀ ਸੀ। ਜਿਸ ਨੇ ਸਿਰ 'ਤੇ ਉਹ ਕੀ ਕੀਤਾ ਹੋਇਆ ਸੀ? ਘਿਓ ਵਾਲਾ ਪੀਪਾ ਚੁੱਕਿਆ ਹੋਇਆ ਸੀ। ਤਾਂ ਉਸਨੂੰ ਉਹ ਔਰਤ ਦੂਰ ਤੱਕ ਜਦੋਂ ਉਸਨੇ ਦੇਖਿਆ ਤਾਂ ਉਸਨੂੰ ਔਰਤ ਵਿਖਾਈ ਦਿੱਤੀ। ਉਹ ਉਸ ਪਾਸ ਬਾਹੋ ਦਾਹੀ ਮਿਸ ਕਾਹਲੀ ਦੌੜੀ ਤੇ ਉਸ ਔਰਤ ਦੇ ਕੋਲ ਪਹੁੰਚੀ ਜਿਸ ਔਰਤ ਨੇ ਘਿਓ ਦਾ ਪੀਪਾ ਸਿਰ 'ਤੇ ਚੁੱਕਿਆ ਹੋਇਆ ਸੀ। ਬੰਸੋ ਸਾਹੋ ਸਾਹੀ ਹੋਈ ਉਸ ਔਰਤ ਕੋਲ ਪਹੁੰਚ ਗਈ। ਬੰਸੋ ਬਹੁਤ ਤੇਜ਼ ਦੌੜਦੀ ਸੀ, ਉਸਨੂੰ ਸਾਹ ਚੜ੍ਹ ਗਿਆ। ਸਾਹੋ ਸਾਹੀ ਹੋਈ ਉਸ ਔਰਤ ਕੋਲ ਪਹੁੰਚ ਗਈ ਜਿਹੜੀ ਉਸਦਾ ਘਿਓ ਦਾ ਪੀਪਾ ਚੁੱਕੀ ਜਾ ਰਹੀ ਸੀ। ਬੰਸੋ ਨੇ ਉਸ ਔਰਤ ਨੂੰ ਬੜਾ ਕਿਹਾ ਕਿ ਇਹ ਘਿਓ ਦਾ ਪੀਪਾ ਮੇਰਾ ਹੈ, ਪਰ ਉਸ ਔਰਤ ਨੇ ਪੈਰ ਨਾ ਲੱਗਣ ਦਿੱਤੇ। ਉਸ ਔਰਤ ਨੇ ਬੰਸੋ ਦੀ ਗੱਲ ਨਹੀਂ ਮੰਨੀ। ਬੰਸੋ ਨੇ ਉਸਨੂੰ ਬਹੁਤ ਕਿਹਾ ਹੈ ਕਿ ਘਿਓ ਦਾ ਪੀਪਾ ਮੇਰਾ ਹੈ, ਪਰ ਉਸ ਔਰਤ ਨੇ ਬੰਸੋ ਦੀ ਗੱਲ ਨਹੀਂ ਮੰਨੀ। ਤਾਂ ਉਸ ਔਰਤ ਨੇ ਇੱਕੋ ਹੀ ਗੱਲ ਫੜੀ ਹੋਈ ਸੀ, ਇੱਕੋ ਹੀ ਨੰਨਾ ਫੜਿਆ ਹੋਇਆ ਸੀ। ਕੀ ਫੜਿਆ ਸੀ ਉਸਨੇ? ਨੰਨਾ ਫੜਿਆ ਸੀ। ਇਨਕਾਰ ਕਰਨਾ। ਉਸਨੇ ਇੱਕੋ ਹੀ ਨੰਨਾ ਫੜਿਆ ਸੀ। ਉਸਨੇ ਇੱਕੋ ਹੀ ਗੱਲ ਫੜੀ ਹੋਈ ਸੀ। ਕੀ ਫੜੀ ਹੋਈ ਸੀ? ਕਿ ਇਹ ਤਾਂ ਘਿਓ ਦਾ ਪੀਪਾ ਮੇਰਾ ਹੈ। ਅਖੀਰ ਮਸਲਾ ਹਾਕਮ ਦੀ ਕਚਹਿਰੀ ਮਿਸ ਅਦਾਲਤ ਵਿੱਚ ਜਾ ਪਹੁੰਚਿਆ।
ਬੰਸੋ ਨੇ ਕਿਤੇ ਕਚਹਿਰੀ ਵਿੱਚ ਜਾ ਕੇ ਹਾਕਮ ਨੂੰ ਕਿਹਾ ਕਿ ਮੇਰੇ ਕੋਲ ਇੱਕ ਬੱਕਰੀ ਹੈ। ਮੈਂ ਹਿਸਾਬ ਨਾਲ ਚੱਲਦੀ ਹਾਂ। ਹਿਸਾਬ ਨਾਲ ਚੱਲਣਾ ਮੀਨਸ ਬਹੁਤ ਹੀ ਸੰਜਮ ਨਾਲ ਚੱਲਣਾ। ਜੇ ਤੁਹਾਡੇ ਕੋਲ ਮੀਨਸ ਕਿਲੋ 1 ਲੀਟਰ ਤੁਹਾਡੇ ਕੋਲ 1 ਕਿਲੋ ਦੁੱਧ ਹੈ ਤਾਂ ਉਹਦੇ ਵਿੱਚੋਂ ਤੁਸੀਂ ਗਲਾਸ ਪੀ ਲੈਣਾ ਅਤੇ ਉਹਦੇ ਵਿੱਚੋਂ ਬਾਕੀ ਦਾ ਜਿੰਨਾ ਵੀ ਉਸਨੂੰ ਜਮਾ ਦੇਣਾ ਅਤੇ ਫਿਰ ਉਹਦੇ ਵਿੱਚੋਂ ਜਮਾ ਕੇ ਦਹੀਂ ਜਮਾਉਣਾ। ਦਹੀਂ ਜਮਾਉਣ ਤੋਂ ਬਾਅਦ ਲੱਸੀ ਰਿੜਕਣੀ, ਮੱਖਣ ਜਿੰਨਾ ਵੀ ਬਚਣਾ ਉਹਦਾ ਘਿਓ ਕੱਢ ਲੈਣਾ। ਇਹਨੂੰ ਕਹਿੰਦੇ ਨੇ ਬਹੁਤ ਹੀ ਹਿਸਾਬ ਨਾਲ ਚੱਲਣਾ। ਮੇਰੇ ਕੋਲ ਇੱਕ ਬੱਕਰੀ ਹੈ, ਮੈਂ ਹਿਸਾਬ ਨਾਲ ਚੱਲਦੀ ਹੈ। ਮੈਂ ਥੋੜ੍ਹਾ ਦੁੱਧ ਵਰਤਦੀ ਹਾਂ ਅਤੇ ਬਾਕੀ ਦੇ ਦੁੱਧ ਨੂੰ ਹੌਲੀ ਹੌਲੀ ਮੈਂ ਆਪਣੀ ਕੁੜੀ ਵਾਸਤੇ ਘਿਓ ਦਾ ਪੀਪਾ ਜੋੜਿਆ। ਤਾਂ ਉਸਨੇ ਅਦਾਲਤ ਵਿੱਚ ਕਿਹਾ ਕਿ ਮੈਂ ਬਹੁਤ ਹੀ ਸੰਜਮ ਨਾਲ ਚੱਲਦੀ ਹਾਂ, ਬਹੁਤ ਹੀ ਹਿਸਾਬ ਨਾਲ ਚੱਲਦੀ ਹਾਂ। ਇੱਕ ਬੱਕਰੀ ਹੈ, ਮੈਂ ਉਸ ਵਿੱਚੋਂ ਥੋੜ੍ਹਾ ਦੁੱਧ ਵਰਤਦੀ ਹਾਂ, ਬਾਕੀ ਦੇ ਦੁੱਧ ਤੋਂ ਹੌਲੀ ਹੌਲੀ ਮੈਂ ਆਪਣੀ ਕੁੜੀ ਵਾਸਤੇ ਘਿਓ ਦਾ ਪੀਪਾ ਜੋੜਿਆ ਹੈ। ਜਿਸ ਔਰਤ ਨੇ ਘਿਓ ਚੋਰੀ ਕੀਤਾ ਸੀ ਉਹ ਕਹਿਣ ਲੱਗੀ ਕਿ ਅਦਾਲਤ ਪੂਰਾ ਇਨਸਾਫ ਕਰੇ ਕਿ ਕਦੇ ਬੱਕਰੀ ਵਾਲੇ ਵੀ ਘਿਓ ਦਾ ਪੀਪਾ ਜੋੜ ਸਕਦੇ ਹਨ। ਜਿਸ ਔਰਤ ਨੇ ਘਿਓ ਚੁਰਾਇਆ ਸੀ ਉਸ ਔਰਤ ਨੇ ਅਦਾਲਤ ਵਿੱਚ ਕਿਹਾ ਕਿ ਅਦਾਲਤ ਪੂਰਾ ਇਨਸਾਫ ਕਰੇ ਕਿ ਕਦੇ ਬੱਕਰੀ ਦੇ ਘਿਓ ਤੋਂ ਵੀ ਇੱਕ ਪੀਪਾ ਘਿਓ ਦਾ ਜੁੜਿਆ ਹੈ। ਮੇਰੇ ਕੋਲ ਗਾਂ ਹੈ। ਉਸ ਔਰਤ ਨੇ ਅਦਾਲਤ ਵਿੱਚ ਕੀ ਕਿਹਾ ਕਿ ਮੇਰੇ ਕੋਲ ਗਾਂ ਹੈ ਜਿਹੜੀ ਕਾਫੀ ਦੁੱਧ ਦਿੰਦੀ ਹੈ। ਮੈਂ ਇਹ ਘਿਓ ਉਸ ਗਊ ਦੇ ਦੁੱਧ ਤੋਂ ਜੋੜਿਆ ਹੈ। ਹਾਕਮ ਦੋਹਾਂ ਔਰਤਾਂ ਦੀਆਂ ਦਲੀਲਾਂ ਮੀਨਸ ਵਿਚਾਰ ਸੁਣ ਕੇ ਸੋਚੀ ਪੈ ਗਿਆ। ਹਾਕਮ ਨੇ ਦੋਹਾਂ ਔਰਤਾਂ ਦੀਆਂ ਗੱਲਾਂ ਸੁਣੀਆਂ। ਦੋਹਾਂ ਔਰਤਾਂ ਦੀਆਂ ਗੱਲਾਂ ਸੁਣ ਕੇ ਸੋਚੀ ਪੈ ਗਿਆ। ਫਿਰ ਉਸਨੇ ਆਪਣੇ ਅਰਦਲੀ ਮੀਨਸ ਸੇਵਕ, ਉਸਨੇ ਆਪਣੇ ਸੇਵਕ ਨੂੰ ਕਿਹਾ ਕਿ ਵਿਹੜੇ ਵਿੱਚ 2 ਬੋਰੇ ਮਿੱਟੀ ਦੇ ਸਟਵਾ ਕੇ ਉਸ ਵਿੱਚ ਪਾਣੀ ਪਾ ਦਿਓ। ਤਾਂ ਹਾਕਮ ਨੇ ਕੀ ਕਿਹਾ, ਆਪਣੇ ਸੇਵਕ ਨੂੰ ਕਿਹਾ ਕਿ ਵਿਹੜੇ ਵਿੱਚ 2 ਬੋਰੇ ਮਿੱਟੀ ਦੇ ਸਟਵਾਓ ਅਤੇ ਇਹਨਾਂ ਦੋਹਾਂ ਔਰਤਾਂ ਨੂੰ ਪੈਰਾਂ ਨਾਲ ਮਿੱਟੀ ਮਿੱਧਣਾ ਮੀਨਸ ਹੁੰਦਾ ਮਿੱਟੀ ਨੂੰ ਮਸਲਣਾ ਲਾ ਦਿਓ। ਬਟ ਜਦੋਂ ਪਹਿਲੇ ਸਮੇਂ ਵਿੱਚ ਕੱਚੇ ਮਕਾਨ ਬਣਦੇ ਸੀ ਤਾਂ ਮਿੱਟੀ ਵਿੱਚ ਥੋੜ੍ਹੀ ਜਿਹੀ ਤੂੜੀ ਪਾ ਕੇ ਪਾਣੀ ਪਾ ਕੇ ਘਾਣੀ ਕੀਤੀ ਜਾਂਦੀ ਸੀ। ਉਹਨੂੰ ਕੀ ਕਹਿੰਦਾ, ਘਾਣੀ ਕੀਤੀ ਜਾਂਦੀ ਸੀ। ਉਸ ਘਾਣੀ ਨਾਲ ਇੱਟਾਂ ਚਿਣੀਆਂ ਜਾਂਦੀਆਂ ਸਨ। ਜਿਵੇਂ ਅੱਜ ਕੱਲ੍ਹ ਆਪਾਂ ਸੀਮਿੰਟ ਨਾਲ ਇੱਟਾਂ ਚਿਣਦੇ ਹਾਂ ਤਾਂ ਪਹਿਲਾਂ ਘਾਣੀ ਕੀਤੀ ਜਾਂਦੀ ਸੀ। ਤਾਂ ਘਾਣੀ ਲਗਾ ਕੇ ਇੱਟਾਂ ਚਿਣੀਆਂ ਜਾਂਦੀਆਂ ਸਨ। ਬਾਹਰੋਂ ਫਿਰ ਉਸ ਘਾਣੀ ਨਾਲ ਹੀ ਉਸ ਦੀਵਾਰਾਂ ਦੀ ਲਿਪਾਈ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਉਹਦੇ ਉੱਪਰ ਪਾਂਡੂ ਫਿਰਿਆ ਜਾਂਦਾ ਸੀ ਜਾਂ ਰੰਗ ਫਿਰਿਆ ਜਾਂਦਾ ਸੀ। ਜਿਸ ਤਰ੍ਹਾਂ ਆਪਾਂ ਹੁਣ ਸੀਮਿੰਟ ਨਾਲ ਜੋੜਦੇ ਹਾਂ ਤਾਂ ਪਹਿਲਾਂ ਉਸ ਘਾਣੀ ਨਾਲ ਇੱਟਾਂ ਚੀਰੂ ਜੋ ਵੀ ਸੀ ਉਹ ਜੋੜਦੇ ਸੀ। ਤਾਂ ਉਸ ਹਾਕਮ ਨੇ ਕਿਹਾ ਇਹਨਾਂ ਦੋਨਾਂ ਔਰਤਾਂ ਨੂੰ ਪੈਰਾਂ ਨਾਲ ਮਿੱਟੀ ਮਿੱਧਣ ਮੀਨਸ ਮਸਲਣ ਲਾ ਦਿਓ। ਤਾਂ ਜਿਹੜੀ ਘਾਣੀ ਕੀਤੀ ਜਾਂਦੀ ਸੀ ਉਹ ਪੈਰਾਂ ਨਾਲ ਮਿੱਟੀ ਮਿੱਧ ਕੇ ਕੀਤੀ ਜਾਂਦੀ ਸੀ। ਪਾਣੀ ਪਾ ਕੇ ਮਿੱਟੀ ਵਿੱਚ ਤੂੜੀ ਪਾ ਕੇ ਤਾਂ ਉਹਨੂੰ ਪੈਰਾਂ ਨਾਲ ਮਿੱਧਿਆ ਜਾਂਦਾ ਸੀ ਦਿਓ ਤਾਂ ਜੋ ਗਾਰੇ ਦੀ ਵਧੀਆ ਘਾਣੀ ਮੀਨਸ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਘੋਲ ਵਧੀਆ ਘਾਣੀ ਤਿਆਰ ਹੋ ਜਾਵੇ। ਕਚਹਿਰੀ ਵਿੱਚ ਆਏ ਸਾਰੇ ਲੋਕ ਹੈਰਾਨ ਹੋ ਗਏ ਕਿ ਉਹਦੇ ਫੈਸਲੇ ਦਾ ਮਿੱਟੀ ਦੀ ਘਾਣੀ ਬਣਾਉਣ ਨਾਲ ਕੀ ਸੰਬੰਧ ਹੋਇਆ। ਜਿੰਨੇ ਵੀ ਉਸ ਕਚਹਿਰੀ ਵਿੱਚ ਲੋਕ ਸੀ ਉਹ ਸਾਰੇ ਬੜੇ ਹੈਰਾਨ ਹੋਏ ਕਿ ਇਹਨਾਂ ਨੇ ਫੈਸਲਾ ਕਰਨਾ ਕਿ ਉਹਦਾ ਅਤੇ ਮਿੱਟੀ ਦੀ ਘਾਣੀ ਨਾਲ ਕੀ ਸੰਬੰਧ ਹੋਇਆ। ਅਤੇ ਲੋਕ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਏ। ਹਾਕਮ ਨੇ ਦੇਖਿਆ ਕਿ ਦੋਵੇਂ ਔਰਤਾਂ ਗਾਰੇ ਨਾਲ ਲੱਥ-ਪੱਥ ਹੋਈਆਂ ਪਈਆਂ ਸਨ। ਹਾਕਮ ਨੇ ਆਪਣੇ ਸੇਵਕ ਨੂੰ ਕਿਹਾ ਕਿ ਇਹਨਾਂ ਨੂੰ ਇੱਕ ਗੜਬੀ ਪਾਣੀ ਦੀ ਦਿਓ ਤਾਂ ਜੋ ਦੋਵੇਂ ਹੱਥ ਪੈਰ ਧੋ ਕੇ ਕਚਹਿਰੀ ਵਿੱਚ ਪੇਸ਼ ਹੋਣ। ਅਤੇ ਜਦੋਂ ਉਹਨਾਂ ਨੇ ਕਹਾਣੀ ਕਰਨ ਨਾਲ ਦੋਹਾਂ ਔਰਤਾਂ ਦੇ ਹੱਥ ਪੈਰ ਪੂਰੀ ਤਰ੍ਹਾਂ ਮਿੱਟੀ ਨਾਲ ਗੰਦੇ ਹੋ ਗਏ। ਤਾਂ ਫਿਰ ਹਾਕਮ ਨੇ ਆਪਣੇ ਸੇਵਕ ਨੂੰ ਕਿਹਾ ਕਿ ਇਹਨਾਂ ਦੋਨਾਂ ਔਰਤਾਂ ਨੂੰ ਇੱਕ ਪਾਣੀ ਦੀ ਗੜਬੀ ਦਿਓ ਅਤੇ ਉਹਦੇ ਨਾਲ ਆਪਣੇ ਹੱਥ ਪੈਰ ਧੋ ਕੇ ਕਚਹਿਰੀ ਵਿੱਚ ਪੇਸ਼ ਹੋਣ। ਸੇਵਕ ਨੇ ਦੋਹਾਂ ਔਰਤਾਂ ਨੂੰ ਇੱਕ ਗੜਬੀ ਪਾਣੀ ਦੀ ਦਿੱਤੀ। ਬੰਸੋ ਨੇ ਇੱਕ ਗੜਬੀ ਪਾਣੀ ਨਾਲ ਬੜੇ ਆਰਾਮ ਨਾਲ ਆਪਣੇ ਹੱਥ ਪੈਰ ਧੋਤੇ ਅਤੇ ਥੋੜ੍ਹਾ ਪਾਣੀ ਬਚਾ ਵੀ ਲਿਆ। ਪਰ ਦੂਸਰੀ ਔਰਤ ਜਿਸ ਨੇ ਘਿਓ ਚੋਰੀ ਕੀਤਾ ਸੀ ਇੱਕ ਗੜਬੀ ਨਾਲ ਮਸਾਂ ਇੱਕ ਪੈਰ ਸਾਫ਼ ਕਰ ਸਕੀ। ਉਸਨੇ ਹੋਰ ਪਾਣੀ ਮੰਗਦਿਆਂ ਕਿਹਾ, ਇੱਕ ਗੜਬੀ ਪਾਣੀ ਨਾਲ ਹੱਥ ਪੈਰ ਥੋੜ੍ਹਾ ਸਾਫ਼ ਹੋ ਸਕਦੇ ਹਨ। ਹੁਣ ਬੰਸੋ ਕੀ ਕਰਦੀ ਸੀ, ਹਰ ਕੰਮ ਸੰਜਮ ਨਾਲ ਕਰਦੀ ਸੀ। ਤਾਂ ਉਸਨੇ ਕੀ ਕੀਤਾ, ਇੱਕ ਗੜਬੀ ਨਾਲ ਆਪਣੇ ਹੱਥ ਪੈਰ ਧੋਤੇ ਚੰਗੀ ਤਰ੍ਹਾਂ, ਹੱਥ ਵੀ ਧੋਤੇ ਪੈਰ ਵੀ ਧੋਤੇ ਅਤੇ ਉਸ ਵਿੱਚੋਂ ਗੜਬੀ ਵਿੱਚੋਂ ਪਾਣੀ ਬਚ ਵੀ ਗਿਆ। ਕਿਉਂਕਿ ਇਸੇ ਤਰ੍ਹਾਂ ਹੀ ਆਪਣੇ ਘਰ ਵਿੱਚ ਦੁੱਧ ਘਿਓ ਦੀ ਵਰਤੋਂ ਕਰਦੀ ਸੀ, ਸੰਜਮ ਨਾਲ ਵਰਤੋਂ ਕਰਦੀ ਸੀ। ਜਿੰਨਾ ਕੁ ਨੂੰ ਲੋੜ ਸੀ ਵਰਤ ਕੇ ਉਹ ਬਚਾ ਵੀ ਲੈਂਦੀ ਸੀ। ਅਤੇ ਦੂਸਰੀ ਔਰਤ
ਹੱਥ ਪੈਰ ਧੋਣ ਲੱਗੇ ਉਸਨੇ ਪੂਰੀ ਗੜਵੀ ਸਿਰਫ ਆਪਣੇ ਪੈਰ ਧੋਣ ਜਾਂ ਹੱਥ ਧੋਣ ਵਿੱਚ ਹੀ ਬਹਾ ਦਿੱਤੀ। ਤੇ ਉਸ ਦੂਜੇ ਪੈਰ ਹੱਥ ਧੋਣ ਲਈ ਉਸਨੇ ਪਾਣੀ ਹੋਰ ਮੰਗਿਆ। ਹਾਕਮ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਬੱਕਰੀ ਵਾਲੀ ਔਰਤ ਨੇ ਇੱਕ ਗੜਬੀ ਪਾਣੀ ਕਿੰਨੇ ਸੰਜਮ ਮੀਨਸ ਸਬਰ ਨਾਲ ਵਰਤ ਕੇ ਹੱਥ ਪੈਰ ਧੋਤੇ ਹਨ। ਤਾਂ ਹਾਕਮ ਨੇ ਫੈਸਲਾ ਸੁਣਾਉਂਦਿਆਂ ਕਿਹਾ, ਜਿੰਨੇ ਵੀ ਅਦਾਲਤ ਵਿੱਚ ਬੈਠੇ ਸੀ ਸਭ ਨੂੰ ਕਿਹਾ ਕਿ ਤੁਸੀਂ ਦੇਖਿਆ ਹੈ ਕਿ ਬੱਕਰੀ ਵਾਲੀ ਔਰਤ ਨੇ ਇੱਕ ਗੜਬੀ ਨਾਲ ਕਿੰਨੇ ਸੰਜਮ ਨਾਲ ਆਪਣੇ ਹੱਥ ਪੈਰ ਧੋਤੇ ਅਤੇ ਪਾਣੀ ਬਚਾ ਵੀ ਲਿਆ। ਪਰ ਗਊ ਵਾਲੀ ਔਰਤ ਜਿਸਨੇ ਘਿਓ ਚਰਾਇਆ ਸੀ ਉਹ ਗਊ ਵਾਲੀ ਔਰਤ ਹੈ। ਅਤੇ ਗਊ ਵਾਲੀ ਔਰਤ ਕੋਲੋਂ ਇੱਕ ਗੜਬੀ ਪਾਣੀ ਨਾਲ ਇੱਕ ਪੈਰ ਵੀ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ। ਹਾਕਮ ਨੇ ਬੱਕਰੀ ਵਾਲੀ ਔਰਤ ਦੇ ਹੱਕ ਵਿੱਚ ਫੈਸਲਾ ਸੁਣਾਇਆ। ਗਊ ਵਾਲੀ ਔਰਤ ਨੇ ਇਸ ਦਾ ਘਿਓ ਚੁਰਾਇਆ ਹੈ, ਕਿਉਂਕਿ ਉਸਨੇ ਦੇਖਿਆ ਕਿ ਜੇ ਦੋਨਾਂ ਨੂੰ ਇੱਕ ਇੱਕ ਗੜਬੀ ਪਾਣੀ ਦੀ ਮਿਲੀ ਅਤੇ ਜਿਸ ਨੇ ਪਾਣੀ ਵਹਾਇਆ ਉਹ ਇਸੇ ਤਰ੍ਹਾਂ ਦੁੱਧ ਘਿਓ ਵੀ ਵਹਾਉਂਦੀ ਹੋਵੇਗੀ, ਜਿਸ ਨੇ ਪਾਣੀ ਬਚਾਇਆ ਉਹ ਦੁੱਧ ਘਿਓ ਵੀ ਬਚਾ ਕੇ ਰੱਖਦੀ ਹੋਵੇਗੀ। ਤਾਂ ਹਾਕਮ ਨੇ ਬੱਕਰੀ ਵਾਲੀ ਔਰਤ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਘਿਓ ਦਾ ਪੀਪਾ ਇਸ ਦਾ ਹੈ। ਦੂਸਰੀ ਔਰਤ ਨੇ, ਗਊ ਵਾਲੀ ਔਰਤ ਨੇ, ਇਸ ਦਾ ਘਿਓ ਦਾ ਪੀਪਾ ਚੁਰਾਇਆ ਹੈ। ਹਾਕਮ ਦੇ ਇਨਸਾਫ ਤੋਂ ਸਾਰੇ ਅਸ਼ ਕਰਨ ਲੱਗੇ। ਹਾਕਮ ਦੇ ਫੈਸਲੇ ਤੋਂ ਸਾਰੇ ਬਹੁਤ ਖੁਸ਼ ਹੋਏ। ਹਾਕਮ ਦੇ ਫੈਸਲੇ ਤੋਂ ਸਾਰੇ ਬਹੁਤ ਖੁਸ਼ ਹੋਏ। ਬੰਸੋ ਨੇ ਘਿਓ ਵਾਲਾ ਪੀਪਾ ਚੁੱਕਿਆ ਅਤੇ ਤੇਜ਼ ਆਪਣੀ ਕੁੜੀ ਦੇ ਪਿੰਡ ਵੱਲ ਤੁਰ ਪਈ, ਜਿੱਥੇ ਉਸ ਦਾ ਨਮ ਜੰਮਿਆ ਮੀਨਸ ਨਵਾਂ ਜੰਮਿਆ ਦੋਹਤਰਾ ਉਸਦੀ ਉਡੀਕ ਕਰ ਰਿਹਾ ਸੀ। ਜਿੱਥੋਂ ਦਾ ਨਵਾਂ ਜੰਮਿਆ ਦੋਹਤਰਾ ਉਡੀਕ ਕਰ ਰਿਹਾ ਸੀ। ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ? ਸਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਬੱਚਤ ਕਰਨੀ ਚਾਹੀਦੀ ਹੈ। ਬੱਚਤ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ, ਬਿਜਲੀ ਦੀ, ਪਾਣੀ ਦੀ, ਪੈਸੇ ਦੀ। ਸਾਨੂੰ ਘਰ ਵਿੱਚ ਵੀ ਖਰਚ ਸੰਜਮ ਨਾਲ ਕਰਨਾ ਚਾਹੀਦਾ ਹੈ। ਸਾਨੂੰ ਥੋੜ੍ਹੇ ਬਹੁਤੇ ਪੈਸੇ ਕੀ ਹਰ ਚੀਜ਼ ਸਾਨੂੰ ਬਚਾ ਕੇ ਰੱਖਣੀ ਚਾਹੀਦੀ ਹੈ। ਰਸੋਈ ਘਰ ਵਿੱਚ ਗ੍ਰਹਿਣੀਆਂ ਨੂੰ ਔਰਤਾਂ ਨੂੰ ਘਿਓ, ਖੰਡ, ਤੇਲ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀ ਵਰਤੋਂ ਵਿੱਚ ਵੀ ਬੜੀ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਬੱਚਤ ਕਰਨ ਵਾਲੇ ਨੂੰ ਵਿਸ਼ਵਾਸ ਹੁੰਦਾ ਹੈ ਕਿ ਵੇਲੇ ਕੁ ਲਈ ਉਸ ਨੂੰ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਜਿਉਂ ਬੱਚਤ ਦੇ ਲਾਭ ਅਤੇ ਮਹੱਤਵ ਦਾ ਪਤਾ ਲੱਗਦਾ ਹੈ ਤਿਉਂ ਹੀ ਬੱਚਤ ਦੀ ਆਦਤ ਬਣ ਜਾਂਦੀ ਹੈ, ਜਿਹੜੀ ਸਮਾਜਿਕ ਜੀਵਨ ਵਿੱਚ ਬਹੁਤ ਹੀ ਲਾਭਦਾਇਕ ਸਿੱਧ ਹੁੰਦੀ ਹੈ। ਸਾਨੂੰ ਵੀ ਬੱਚਤ ਕਰਨੀ ਚਾਹੀਦੀ ਹੈ। ਠੀਕ ਹੈ, ਪੈਸੇ ਦੀ ਬੱਚਤ ਕਰੋ, ਬਿਜਲੀ ਦੀ ਬੱਚਤ ਕਰੋ, ਪਾਣੀ ਦੀ ਬੱਚਤ ਕਰੋ। ਠੀਕ ਹੈ, ਆਪਣਾ ਕੰਮ ਸਮੇਂ ਸਿਰ ਕਰੋ। ਠੀਕ ਹੈ, ਹਰ ਬੱਚੇ ਨੇ ਇਸ ਲੈਸਨ ਨੂੰ ਚੰਗੀ ਤਰ੍ਹਾਂ ਪੜ੍ਹਨਾ, ਬੈਕ ਐਕਸਰਸਾਈਜ਼ ਕਰਨੀ ਹੈ। ਜ਼ੂਮ ਕਲਾਸ ਵਿੱਚ ਤੁਹਾਡੀ ਬੈਕ ਐਕਸਰਸਾਈਜ਼ ਮੈਂ ਤੁਹਾਡੇ ਕੋਲੋਂ ਕੁਐਸਚਨ ਪੁੱਛੂੰਗੀ। ਹਰ ਪੈਰੇ ਵਿੱਚੋਂ ਕੁਐਸਚਨ ਪੁੱਛਣੇ ਨੇ, ਪੈਰੇ ਨੂੰ ਚੰਗੀ ਤਰ੍ਹਾਂ ਪੜ੍ਹਨਾ। ਠੀਕ ਹੈ।